ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਹੋਣਾ ਦੇ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦੀ ਜਿਹੜੀ ਹੈ ਨਾ ਪ੍ਰਸੰਗ ਕਥਾ ਹੈ, ਉਹ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਦੋਂ ਮਹਾਂਪੁਰਖਾਂ ਦੀ ਜਿਹੜੀ ਉਮਰ ਸੀਗੀ ਤਕਰੀਬਨ 10 ਕੁ ਸਾਲ ਦੀ ਹੋਈ ਹੈ ਨਾ, ਸੋ ਸੰਤ ਬਾਬਾ ਹਰਨਾਮ ਸਿੰਘ ਹੋਣਾ ਦੇ ਪਿਤਾ ਦਾ ਉਹਨਾਂ ਟਾਈਮਾਂ 'ਚ ਦੇਹਾਂਤ ਹੋ ਗਿਆ ਸੀਗਾ। ਜਦ ਦੇਹਾਂਤ ਹੋਇਆ ਤਾਂ ਇਹਦਾ ਜਿਹੜਾ ਨਾ ਸਦਮਾ ਸੀਗਾ, ਇਹ ਕੁਦਰਤੀ ਸਾਰੇ ਪਰਿਵਾਰ ਨੂੰ ਜਿਹੜਾ ਸੀਗਾ ਉਹ ਹੋਣਾ ਸੀਗਾ। ਪਰ ਦੂਸਰੀ ਗੱਲ ਇਹ ਸੀ ਕਿ ਪਰ ਮਹਾਂਪੁਰਖਾਂ ਨੇ ਇਸ ਸਦਮੇ ਦੇ ਵਿੱਚ ਵੀ ਹਨ ਅਕਾਲ ਪੁਰਖ ਦੀ ਟੇਕ ਨਹੀਂ ਛੱਡੀ, ਆਪਣਾ ਭਜਨ ਸਿਮਰਨ ਨਿਰੰਤਰ ਜਿਹੜੇ ਸੀ ਮਹਾਂਪੁਰਖ ਕਰਦੇ ਰਹੇ ਆ। ਅਤੇ ਇਸ ਭਜਨ ਸਿਮਰਨ ਦੇ ਵਿੱਚ ਨਾ ਵਾਹਿਗੁਰੂ ਜੀ ਦਾ ਜੋ ਹੁਕਮ ਸੀਗਾ, ਭਾਣਾ ਸੀਗਾ, ਉਸ ਨੂੰ ਜਿਹੜੇ ਸੀ ਬਾਬਾ ਜੀ ਮੰਨਦੇ ਰਹੇ ਆ। ਸੋ ਸੰਤ ਮਹਾਂਪੁਰਖ ਦੱਸਦੇ ਸੀਗੇ ਕਿ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਉਹ 10 ਸਾਧੂ ਦੀ ਸੰਗਤ ਕਰਦੇ ਹੁੰਦੇ ਸੀਗੇ, ਕਹਿੰਦੇ ਉਹ ਸੰਗਤ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਸਾਨੂੰ ਇਹ ਸਿਕਸ਼ਾ ਦਿੱਤੀ ਸੀਗੀ ਵੀ ਜਿਹੜੀ ਜਵਾਨੀ ਹੁੰਦੀ ਆ ਨਾ, ਜਵਾਨੀ ਇੱਕ ਐਸਾ ਜ਼ਿੰਦਗੀ ਦਾ ਜਾਣੀ ਕਿ ਕਹਿ ਲਓ ਮੋੜ ਹੈਗਾ, ਜਿਹਦੇ ਵਿੱਚ ਜਿਹੜਾ ਇਨਸਾਨ ਆਪਣਾ ਜਿਹੜੀ ਨਿਗਾਹ ਸਿਰਵਾ ਹੈ ਨਾ ਉਹ ਨੀਵਾਂ ਕਰਕੇ ਰਹੇ, ਆਪਣੀ ਦ੍ਰਿਸ਼ਟੀ ਨੂੰ ਨੀਵਾਂ ਕਰਕੇ ਰੱਖੇ ਹੈ ਨਾ, ਤਾਂ ਫਿਰ ਕਹਿੰਦੇ ਉਹ ਜਿਹੜਾ ਹੈ ਉਹ ਆਮ ਬਚਿਆ ਰਹਿੰਦਾ ਹੈਗਾ। ਅਗਰ ਉਹ ਆਪਣੀ ਹੈ ਨਾ ਦ੍ਰਿਸ਼ਟੀ ਨੂੰ ਉੱਚਾ ਕਰਕੇ ਰੱਖੇਗਾ, ਬਸ ਉਹ ਕਿਸੇ ਨਾ ਕਿਸੇ ਹੈ ਨਾ ਧੋਖੇ ਦਾ ਸ਼ਿਕਾਰ ਹੋ ਸਕਦਾ ਹੈ, ਕਿਸੇ ਨਾ ਕਿਸੇ ਦਾ ਜਿਹੜਾ ਹੈ ਨਾ ਉਹਦੇ ਉੱਤੇ ਆਪਣਾ ਵਸ਼ੀਕਰਨ ਵੀ ਹੋ ਸਕਦਾ ਹੈ। ਕਹਿੰਦੇ ਇਹ ਜਿਹੜੀ ਸੀ ਨਾ ਗੱਲ ਸਾਨੂੰ ਉਸ ਉਦਾਸੀ ਸਾਧੂ ਨੇ ਇੱਕ ਵਾਰੀ ਕਹੀ ਸੀਗੀ। ਪਰ ਫਿਰ ਇੱਕ ਵਾਰੀ ਦੱਸਦੇ ਸੀਗੇ, ਕਹਿੰਦੇ ਕਿ ਮੈਂ ਇਹ ਉਹਨਾਂ ਟਾਈਮਾਂ 'ਚ ਇਹ ਜਿਹੜੇ ਵਚਨ ਸੀਗੇ ਸੁਣ ਛੱਡੇ ਸੀਗੇ। ਪਰ ਕਹਿੰਦੇ ਇੱਕ ਦਿਨ ਮੈਂ ਹੈ ਨਾ ਆਪਣੇ ਪਿੰਡ ਦੀ ਗਲੀ ਵਿੱਚੋਂ ਆ ਰਿਹਾ ਸੀਗਾ, ਇੱਕ ਸਾਹਮਣੇ ਬੀਬੀ ਆ ਰਹੀ ਸੀਗੀ। ਕਹਿੰਦੇ ਉਸ ਬੀਬੀ ਨੇ ਹੈ ਨਾ ਮੇਰੇ ਵੱਲ ਦੇਖ ਕੇ ਝੁੰਡ ਕੱਢਿਆ। ਜਦ ਕਹਿੰਦੇ ਝੁੰਡ ਕੱਢ ਲਿਆ ਹੈ ਨਾ, ਅਤੇ ਕਹਿੰਦੇ ਅਸੀਂ ਸੋਚਣ ਲੱਗ ਪਏ, ਅਸੀਂ ਕਿਹਾ ਵੀ ਲੱਗਦਾ ਵਾਕਿਆ ਗੱਲ ਸਹੀ ਆ ਕਿ ਮੈਂ ਹੁਣ ਜਾਣੀ ਸਿਆਣਾ ਹੋ ਗਿਆ ਹੈਗਾ, ਤਕੜਾ ਹੋ ਗਿਆ, ਜਵਾਨ ਹੋ ਗਿਆ, ਤਾਂ ਹੀ ਉਹ ਤਾਂ ਇਸ ਬੀਬੀ ਨੇ ਨਾ ਮੇਰੇ ਵੱਲ ਦੇਖ ਕੇ ਝੁੰਡ ਕੱਢਿਆ ਹੈਗਾ। ਫਿਰ ਕਹਿੰਦੇ ਅਗਲੇ ਦਿਨ ਕੀ ਹੋਇਆ ਕਿ ਅਸੀਂ ਜਦ ਖੇਤਾਂ 'ਚ ਕੰਮ ਕਰਦੇ ਸੀਗੇ, ਉਹਨਾਂ ਟਾਈਮਾਂ ਦੇ ਵਿੱਚ ਪਿੰਡ ਦੇ ਇੱਕ ਸਿਆਣੇ ਬਜ਼ੁਰਗ ਨੇ ਮੈਨੂੰ ਕਹਿੰਦੇ ਆਵਾਜ਼ ਮਾਰੀ, ਮੈਨੂੰ ਕਹਿੰਦੇ ਹਰਨਾਮ ਸਿੰਘ ਆ ਇੱਧਰ ਆ, ਤੇਰੇ ਨਾਲ ਇੱਕ ਗੱਲ ਕਰਨੀ ਆ। ਕਹਿੰਦੇ ਅਸੀਂ ਉਹਦੇ ਕੋਲ ਚੱਲ ਗਏ ਅਤੇ ਮੈਨੂੰ ਕਹਿਣ ਲੱਗੇ ਵੀ ਹਰਨਾਮ ਸਿੰਘ ਇੱਦਾਂ ਕਰ, ਗੁੱਸਾ ਨਾ ਕਰੀ, ਅਤੇ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ। ਕਹਿੰਦੇ ਮੈਂ ਉਸ ਨੂੰ ਕਿਹਾ, ਮੈਂ ਕਿਹਾ ਬਜ਼ੁਰਗੋ ਗੁੱਸਾ ਕਾਹਦਾ ਕਰਨਾ ਹੈਗਾ, ਤੁਸੀਂ ਜੋ ਵੀ ਗੱਲ ਕਰੋਗੇ ਮੇਰੇ ਭਲੇ ਵਾਸਤੇ ਕਰੋਗੇ, ਇਸ ਕਰਕੇ ਦੱਸੋ ਕੀ ਗੱਲ ਵਾ। ਤਾਂ ਫਿਰ ਉਹ ਕਹਿਣ ਲੱਗੇ, ਕਹਿੰਦੇ ਵੀ ਹਰਨਾਮ ਸਿੰਘ ਗੱਲ ਇੱਕ ਹੈਗਾ ਕਿ ਤੇਰੀ ਜਿਹੜੀ ਹੈ ਨਾ ਰੁਚੀ ਉਹ ਧਾਰਮਿਕ ਖਿਆਲਾਂ ਵਿੱਚ ਜ਼ਿਆਦਾ ਹੈਗੀ ਆ, ਅਤੇ ਇਸ ਕਰਕੇ ਮੈਂ ਤੈਨੂੰ ਕਹਿੰਦਾ ਹੈਗਾ ਕਿ ਹੁਣ ਤੂੰ ਹੈ ਨਾ ਪੂਰਾ ਜਵਾਨੀ ਵਿੱਚ ਜਿਹੜਾ ਹੈ ਨਾ ਆਪਣਾ ਪੈਰ ਜਾਂ ਜਿਹੜਾ ਹੈ ਉਹ ਧਰ ਲਿਆ ਹੈਗਾ, ਇਸ ਕਰਕੇ ਹੁਣ ਜ਼ਰੂਰੀ ਹੈਗਾ ਕਿ ਤੂੰ ਆਪਣੀ ਜਿਹੜੀ ਹੈ ਨਾ ਨਜ਼ਰ ਹੈਗੀ ਆ ਉਸ ਨੂੰ ਆਪਣੇ ਪੈਰਾਂ ਦੇ ਵੱਲ ਹੀ ਰੱਖਣਾ ਹੈਗਾ। ਭਾਵ ਕੀ ਹੈ, ਕਿਸੇ ਜਨਾਨੀ ਵੱਲ ਹੈ ਨਾ ਕਦੀ ਵੀ ਨਜ਼ਰ ਉੱਚੀ ਕਰਕੇ ਨਹੀਂ ਜਿਹੜਾ ਹੈਗਾ ਉਹ ਦੇਖਣਾ। ਕਹਿੰਦੇ ਜਦੋਂ ਬਜ਼ੁਰਗ ਨੇ ਸਾਨੂੰ ਇਸ ਤਰ੍ਹਾਂ ਦੀ ਸਿਕਸ਼ਾ ਦਿੱਤੀ, ਅਤੇ ਨਾਲ ਉਹਨੇ ਇਹ ਵੀ ਕਿਹਾ ਕਿ ਜਵਾਨੀ ਜਿਹੜੀ ਇੱਕ ਹੜ੍ਹ ਹੁੰਦੀ ਆ, ਅਤੇ ਜਿਵੇਂ ਹੜ੍ਹ ਦੇ ਪਾਣੀ ਦੇ ਵਿੱਚ ਘਿਰਿਆ ਬੰਦਾ ਹੈ ਨਾ, ਅਗਰ ਉਹਦੇ ਹੜ੍ਹ ਦੇ ਪਾਣੀ ਦੇ ਵਿੱਚ ਪੈਰ ਚੱਕ ਹੋ ਜਾਣ ਫਿਰ ਉਹ ਜਿਹੜਾ ਹੈ ਨਾ ਬਚਦਾ ਬੜਾ ਮੁਸ਼ਕਿਲ ਹੈਗਾ। ਇਸ ਤਰ੍ਹਾਂ ਇਹਦੇ ਵਿੱਚ ਵੀ ਅਗਰ ਹੈ ਨਾ ਵਿਸ਼ੇ ਵਿਕਾਰਾਂ ਦਾ ਜਿਹੜਾ ਹੈਗਾ ਉਹ ਤੂਫਾਨ ਦੇ ਵਿੱਚ ਅਗਰ ਕਿਸੇ ਇਨਸਾਨ ਦੇ ਪੈਰ ਚੱਕ ਹੋ ਜਾਣ, ਫਿਰ ਉਹਦਾ ਸੰਭਲਣਾ ਬੜਾ ਮੁਸ਼ਕਿਲ ਹੋ ਜਾਂਦਾ। ਅਤੇ ਮਹਾਂਪੁਰਖ ਕਹਿੰਦੇ ਫਿਰ ਜਦ ਇਹ ਗੱਲ ਹੋਈ ਸੀ, ਕਹਿੰਦੇ ਅਸੀਂ ਉਹਦੀ ਗੱਲ ਸੁਣ ਛੱਡੀ ਸੀ, ਪਰ ਮਨ ਵਿੱਚ ਜਿਹੜਾ ਸੰਕਲਪ ਤਾਂ ਪਹਿਲਾਂ ਹੀ ਸੀਗਾ ਕਿ ਪਰ ਤੇਰੀਆ ਰੂਪ ਨ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ। ਕਹਿੰਦੇ ਇਹ ਰੁਚੀ ਤਾਂ ਸਾਡੇ ਅੰਦਰ ਘਰ 'ਚ ਕਰ ਚੁੱਕੀ ਸੀ, ਪਰ ਫਿਰ ਵੀ ਮਹਾਂਪੁਰਖ 34 ਸਾਲ ਕਹਿੰਦੇ ਅਸੀਂ ਘਰ 'ਚ ਰਹੇ ਹਾਂ, ਪਰ ਆਪਣੀ ਮਾਤਾ ਤੋਂ ਬਗੈਰ ਅਸੀਂ ਕਿਸੇ ਵੀ ਜਣੇ ਬਾਹਰਲੀ ਜਨਾਨੀ ਦੇ ਨਾਲ ਹੈ ਨਾ ਅੱਜ ਤੱਕ ਕੋਈ ਵਿਸ਼ੇਸ਼ ਗੱਲਬਾਤ ਨਹੀਂ ਕੀਤੀ ਹੈ, ਅਤੇ ਨਾ ਹੀ ਕਹਿੰਦੇ ਕਿਸੇ ਨੂੰ ਇਕਾਂਤ ਵਿੱਚ ਅਸੀਂ ਮਿਲੇ ਹਾਂ। ਅਗਰ ਕੋਈ ਜਨਾਨੀ ਜਿਹੜੀ ਸੀ ਸਾਹਮਣੇ ਤੁਰੀ ਵੀ ਆਉਂਦੀ ਸੀ ਹੈ ਨਾ, ਅਤੇ ਮਹਾਂਪੁਰਖ ਕਹਿੰਦੇ ਹੁੰਦੇ ਸੀ, ਕਹਿੰਦੇ ਅਸੀਂ ਹੈ ਨਾ ਔਰ ਜਿਹੜਾ ਰਸਤਾ ਸੀਗਾ ਉਹ ਬਦਲ ਲੈਂਦੇ ਸੀ, ਉਹ ਰੁੱਖ ਛੱਡ ਕੇ ਹੋਰ ਪਾਸੇ ਤੁਰਨਾ ਸ਼ੁਰੂ ਕਰ ਦਿੰਦੇ ਸੀ। ਕਿਉਂਕਿ ਮਹਾਂਪੁਰਖ ਕਹਿੰਦੇ ਸੀ ਹਨ ਸਾਡੇ ਜਿਹੜਾ ਉਹ ਜੀਵਨ ਦਾ ਜਾਣੀ ਆਧਾਰ ਸੀ, ਨਿਸ਼ਾਨਾ ਸੀਗਾ ਕੇਵਲ ਅਤੇ ਕੇਵਲ ਨਾਮ ਭਜਨ ਸਿਮਰਨ ਸੀਗਾ। ਇਸ ਕਰਕੇ ਮਹਾਂਪੁਰਖਾਂ ਨੇ ਹੈ ਨਾ ਉਹਨਾਂ ਟਾਈਮਾਂ ਦੇ ਵਿੱਚ ਗੁਰਬਾਣੀ ਦੀਆਂ ਨਾ ਪੰਕਤੀਆਂ ਦੇ ਉੱਤੇ ਪੂਰਾ ਜ਼ੋਰ ਜਿਹੜਾ ਨਾ ਪਹਿਰਾ ਦਿੱਤਾ ਸੀਗਾ। ਇਸ ਪਹਿਰੇ ਕਰਕੇ ਨਾ ਮਹਾਂਪੁਰਖ ਕਹਿੰਦੇ ਸੀਗੇ ਕਿ ਸਾਨੂੰ ਇਹ ਜਿਹੜੀ ਪੰਕਤੀ ਸੀ ਸਾਡੇ ਅੰਦਰ ਦ੍ਰਿੜ ਕਰ ਗਈ ਸੀ, ਅੰਦਰ ਘਰ ਗਈ ਸੀ। ਉਹ ਕੀ ਸੀ ਕਿ ਪਰ ਧਨ ਪਰਦਾਰਾ ਪਰ ਹਰੇ, ਕਿ ਜਿਹਨੇ ਪਰਾਇਆ ਧਨ ਛੱਡ ਦਿੱਤਾ, ਪਰਾਈ ਇਸਤਰੀ ਵੱਲ ਜਿਹੜੀ ਮਾੜੀ ਦ੍ਰਿਸ਼ਟੀ ਛੱਡ ਦਿੱਤੀ ਆ, ਉਹਨੂੰ ਤਿਆਗ ਦਿੱਤਾ, ਅਤੇ ਕਹਿੰਦੇ ਤਾਂ ਕਿ ਨਿਕਟ ਵਸੇ ਇਹ ਨਰ ਹਰੀ, ਕਹਿੰਦੇ ਉਹਦੇ ਹੀ ਲਾਗੇ ਅਕਾਲ ਪੁਰਖ ਦਾ ਵਾਸਾ ਹੁੰਦਾ ਹੈ।
ਸੋ ਮਹਾਂਪੁਰਖਾਂ ਨੇ ਫਿਰ ਨਾ ਇਸ ਤਰ੍ਹਾਂ ਆਪਣਾ ਜਿਹੜਾ ਜੀਵਨ ਸੀਗਾ ਉਹ ਨਾਮ ਦੀ ਰੰਗਣ ਵਿੱਚ, ਨਾਮ ਦੇ ਰਸ ਦੇ ਵਿੱਚ ਜਿਹੜਾ ਸੀ ਉਹ ਬਿਤਾਇਆ ਸੀਗਾ। ਸੋ ਮਹਾਂਪੁਰਖ ਕਹਿੰਦੇ ਇੱਕ ਵਾਰ ਕੀ ਹੋਇਆ ਕਿ ਸਾਡਾ ਜਿਹੜਾ ਨਾ ਵੱਡਾ ਭਰਾ ਸੀਗਾ ਤਾਰਾ ਸਿੰਘ, ਉਸ ਨੇ ਹੈ ਨਾ ਜਿਹੜੀ ਜ਼ਮੀਨ ਸੀਗੀ ਉਹ ਪਾਕਿਸਤਾਨ ਸਰਗੋਧੇ 119 ਨੰਬਰ ਚੱਕ ਦੇ ਵਿੱਚ ਖਰੀਦ ਲਈ। ਜਦੋਂ ਕਹਿੰਦੇ ਸਰਗੋਧੇ ਪਾਕਿਸਤਾਨ ਦਾ ਜਿਹੜਾ ਹੁਣ ਇਲਾਕਾ ਸਰਗੋਧੇ 'ਚ ਪੈਂਦਾ ਹੈਗਾ, 119 ਨੰਬਰ ਚੱਕ 'ਚ ਜ਼ਮੀਨ ਖਰੀਦੀ। ਫਿਰ ਕਹਿੰਦੇ ਸਾਡਾ ਹੈ ਨਾ ਜਾਣਾ ਉੱਥੇ ਸੁਭਾਵਿਕ ਸੀਗਾ। ਫਿਰ ਅਸੀਂ ਆਪਣਾ ਹੈ ਨਾ ਜੱਦੀ ਪਿੰਡ ਧੁੱਗੇ ਛੱਡ ਕੇ ਕਹਿੰਦੇ ਸਾਰੇ ਅਸੀਂ ਭਰਾ ਪਰਿਵਾਰ ਉੱਥੇ ਚਲੇ ਗਏ। ਜਦ ਕਹਿੰਦੇ ਅਸੀਂ ਆਪਣੀ ਜ਼ਮੀਨ 'ਚ ਗਏ, ਅਸੀਂ ਕੀ ਕੀਤਾ ਉੱਥੇ ਹੈ ਨਾ 4 ਹਲ ਤਿਆਰ ਕਰ ਲਏ। ਬਸ 4 ਹਲ ਤਿਆਰ ਕਰਕੇ ਉਹ ਜਿਹੜੀ ਜ਼ਮੀਨ ਸੀਗੀ ਉਹ 'ਚ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਅਤੇ ਮਹਾਂਪੁਰਖ ਕਿਉਂਕਿ ਸਰੀਰ ਦੇ ਬੜੇ ਤਕੜੇ ਸੀਗੇ ਬਾਬਾ ਹਰਨਾਮ ਸਿੰਘ ਹੋਣੀ, ਇਸ ਕਰਕੇ ਜਿਹੜੇ ਬਾਕੀ ਭਰਾਵਾਂ ਨਾਲੋਂ ਹੈ ਨਾ ਸੰਤ ਹੋਣੀ ਜਿਹੜਾ ਸੀਗਾ ਉਹ ਜ਼ਿਆਦਾ ਕੰਮ ਕਰਦੇ ਸੀਗੇ। ਸੋ ਦੂਸਰੀ ਗੱਲ ਇਹ ਸੀ ਕੰਮ ਕਰਨ ਦੇ ਨਾਲ ਹੈ ਨਾ ਮਹਾਂਪੁਰਖ ਜਿਹੜੇ ਜਿੰਨੇ ਪਸ਼ੂ ਰੱਖੇ ਹੁੰਦੇ ਸੀਗੇ, ਮੱਝਾਂ ਗਾਵਾਂ ਘਰ ਦੇ ਵਿੱਚ ਦੁੱਧ ਲਵੇਰੀਆਂ ਸੀਗੀਆਂ, ਉਹਨਾਂ ਵਾਸਤੇ ਹੱਥ ਦੇ ਨਾਲ ਜਿਹੜਾ ਸੀਗਾ ਉਹ ਟੋਕਾ ਜਾਂ ਪੱਠੇ ਜਿਹੜੇ ਸੀਗੇ ਉਹਨਾਂ ਨੂੰ ਪਾਉਣ ਵਾਸਤੇ ਹੱਥ ਟੋਕੇ ਦੇ ਨਾਲ ਪੱਠੇ ਵੱਢਦੇ ਹੁੰਦੇ ਸੀਗੇ, ਕਿਉਂਕਿ ਉਹਨਾਂ ਟਾਈਮਾਂ ਵਿੱਚ ਹੈ ਨਾ ਪੱਠੇ ਖੁੱਤਣ ਵਾਲੀਆਂ ਮਸ਼ੀਨਾਂ ਨਹੀਂ ਸੀ ਹੁੰਦੀਆਂ। ਸੋ ਇਸ ਤੋਂ ਬਾਅਦ ਮਹਾਂਪੁਰਖ ਦੱਸਦੇ ਸੀ ਕਿ ਸਾਡੇ ਹੈ ਨਾ ਲਾਗੇ ਜਿੱਥੇ ਅਸੀਂ ਜ਼ਮੀਨ ਖਰੀਦੀ ਹੁੰਦੀ ਸੀ, ਤਕਰੀਬਨ ਕਹਿੰਦੇ 1.5 ਕਿਲੋਮੀਟਰ ਕਹਿੰਦੇ ਇੱਕ ਰਜਵਾੜਾ ਹੁੰਦਾ ਸੀਗਾ, ਨਹਿਰ ਦਾ ਸੂਆ ਸੀਗਾ। ਅਸੀਂ ਕਹਿੰਦੇ ਉੱਥੇ ਜਾਣਾ, ਉੱਥੇ ਜਾ ਕੇ ਨਾ ਸੂਏ 'ਚ ਅਸੀਂ ਇਸ਼ਨਾਨ ਕਰ ਲੈਣਾ। ਇਸ਼ਨਾਨ ਕਰਕੇ ਸੂਏ ਦੇ ਕੰਢੇ ਬਹਿ ਜਾਣਾ ਅਤੇ ਉੱਥੇ ਹੀ ਅਸੀਂ ਹੈ ਨਾ ਫਿਰ ਰਹਿਰਾਸ ਸਾਹਿਬ ਦਾ ਪਾਠ ਕਰਨਾ। ਸ਼ਾਮ ਨੂੰ ਜਦ ਵਿਹਲੇ ਹੋ ਜਾਣਾ, ਉਸ ਤੋਂ ਬਾਅਦ ਫਿਰ ਅਸੀਂ ਗੁਰਮੰਤਰ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ 'ਚ ਕਰਨਾ ਹੈਗਾ। ਜਦ ਕਰਦੇ ਕਰਦੇ ਜਿਹੜਾ ਮਨ ਸੀ ਗੁਰਮੰਤਰ ਵੱਲੋਂ ਥੋੜ੍ਹਾ ਜਿਹਾ ਕਹਿੰਦੇ ਚਾਟ ਹੋ ਜਾਣਾ। ਉਸ ਤੋਂ ਬਾਅਦ ਫਿਰ ਅਸੀਂ ਹੈ ਨਾ ਮੂਲ ਮੰਤਰ ਵੀ ਕਰਨਾ। ਭਾਵ ਕੀ ਆ, ਕਿਸੇ ਨਾ ਕਿਸੇ ਸ਼ਬਦ ਦੇ ਨਾਲ ਜੁੜੇ ਰਹਿਣਾ। ਇਹਦੇ ਵਿੱਚ ਮਹਾਂਪੁਰਖ ਦੱਸਦੇ ਸੀਗੇ ਕਿ ਅਸੀਂ ਹੈ ਨਾ ਬਹੁਤ ਸਾਰੇ ਜਿਹੜੇ ਸ਼ਬਦ ਸੀਗੇ ਉਹ ਜਵਾਨੀ ਇਕੱਠ ਕਰ ਲਏ ਸੀ, ਅਤੇ ਇਹਨਾਂ ਸ਼ਬਦਾਂ ਦਾ ਹੈ ਨਾ 1.25 ਲੱਖ ਪਾਠ ਵੀ ਅਸੀਂ ਉਹਨਾਂ ਟਾਈਮਾਂ ਦੇ ਵਿੱਚ ਕੀਤਾ ਹੈਗਾ। ਇਹਦੇ ਵਿੱਚੋਂ ਸਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਕਹਿੰਦੇ ਇਹ ਸ਼ਬਦ ਦਾ ਵੀ ਅਸੀਂ 1.25 ਲੱਖ ਪਾਠ ਕੀਤਾ। ਫਿਰ ਸਿਰ ਮਸਤਕ ਰੱਖਾ ਪਾਰ ਬ੍ਰਹਮ ਹਸਤ ਕਾਇਆ ਰੱਖਾ ਪਰਮੇਸ਼ਰੇ, ਇਸ ਤਰ੍ਹਾਂ ਇਹਦਾ ਵੀ ਹੈ। ਫਿਰ ਘੋਰ ਦੁਖਿੰਗ ਅਨੇਕ ਹਤੰਗ ਜਨਮ ਦਰਿਦਰੰਗ ਮਹਾਂ ਵਿਖਾਦਿੰਗ ਕਹਿੰਦੇ ਇਹਦਾ ਵੀ ਅਸੀਂ 1.25 ਲੱਖ ਜਾਪ ਕੀਤਾ। ਇਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਤਾਤੀ ਬਾਉਣ ਲੱਗੀ ਪਾਰ ਬ੍ਰਹਮ ਸਰਨਾਈ। ਇਹਨਾਂ ਸ਼ਬਦਾਂ ਭਾਵ ਕੀ ਆ, ਬਹੁਤ ਸਾਰੇ ਸ਼ਬਦਾਂ ਦਾ ਜਾਪ ਅਸੀਂ 1.25 ਲੱਖ ਉਸ ਰਜਵਾੜੇ ਦੇ ਕੰਢੇ 'ਤੇ ਬੈਠ ਕੇ ਕਰਦੇ ਹੁੰਦੇ ਸੀ। ਕਹਿੰਦੇ ਅਸੀਂ ਖੇਤੀ ਵੀ ਕਰਨੀ। ਸ਼ਾਮ ਨੂੰ ਇਸ਼ਨਾਨ ਪਾਣੀ ਕਰਕੇ ਕਹਿੰਦੇ ਵੀ ਅਸੀਂ ਥੋੜ੍ਹਾ ਜਿਹਾ ਅੰਨ ਜਲ ਗ੍ਰਹਿਣ ਕਰਨਾ, ਉੱਥੇ ਚਲੇ ਜਾਣਾ। ਬਸ ਉੱਥੇ ਜਾ ਕੇ ਹੈ ਨਾ ਫਿਰ ਕਹਿੰਦੇ ਅਸੀਂ ਇਸ਼ਨਾਨ ਕਰਨਾ। ਇਸ਼ਨਾਨ ਕਰਕੇ ਉੱਥੇ ਬੈਠ ਜਾਣਾ, ਬਸ ਬੰਦਗੀ ਕਰੀ ਜਾਣੀ। ਪਰ ਕਈ ਵਾਰੀ ਨੀਂਦ ਜਿਹੜੀ ਸੀ ਉਹ ਆਪਣਾ ਜ਼ੋਰ ਪਾ ਜਾਂਦੀ ਸੀ। ਜਦ ਕਹਿੰਦੇ ਨੀਂਦ ਜ਼ੋਰ ਪਾਉਂਦੀ ਸੀ ਉਹਨਾਂ ਟਾਈਮਾਂ ਵਿੱਚ ਅਸੀਂ ਹੈ ਨਾ ਠੰਡੇ ਪਾਣੀ ਦੇ ਛਿੱਟੇ ਅੱਖਾਂ 'ਚ ਮਾਰ ਲੈਂਦੇ ਸੀ। ਪਰ ਕਈ ਵਾਰੀ ਅਗਰ ਕਰਦਿਆਂ ਨੀਂਦ ਨਹੀਂ ਜ਼ਿਆਦਾ ਜ਼ੋਰ ਪਾਉਣਾ ਤਾਂ ਅਸੀਂ ਉਹ ਪਾਣੀ ਦੇ ਵਿੱਚ ਵੜ ਕੇ ਵੀ ਜਿਹੜੇ ਸੀਗੇ ਉਹ ਸ਼ਬਦਾਂ ਦੀ ਕਮਾਈ ਕਰਨੀ, ਭਜਨ ਸਿਮਰਨ ਕਰਨਾ। ਪਾਣੀ 'ਚ ਕਹਿੰਦੇ ਅਸੀਂ ਠੰਡੇ 'ਚ ਖੜ੍ਹ ਜਾਣਾ ਤਾਂ ਜੋ ਜਿਹੜਾ ਨੀਂਦ ਆ ਆਪਣਾ ਜ਼ਿਆਦਾ ਜ਼ੋਰ ਨਾ ਪਾਵੇ। ਬਸ ਕਹਿੰਦੇ ਥੋੜ੍ਹੇ ਚਿਰ ਬਾਅਦ ਹੈ ਨਾ ਇੱਦਾਂ ਕਰਦਿਆਂ ਸਮਾਂ ਐਸਾ ਬਣਿਆ ਕਿ ਸਾਡੀ ਜਿਹੜੀ ਨੀਂਦ ਸੀਗੀ ਬਹੁਤ ਘਟ ਗਈ। ਅਸੀਂ 12 ਵਜੇ ਤੱਕ ਉੱਥੇ ਬੈਠੇ ਰਹਿਣਾ, ਸਿਮਰਨ ਕਰੀ ਜਾਣਾ ਸੂਏ ਦੇ ਕੰਢੇ 'ਤੇ ਬੈਠ ਕੇ। ਉਹ ਤੋਂ ਬਾਅਦ ਫਿਰ ਕਹਿੰਦੇ ਅਸੀਂ ਆਪਣੇ ਹੈ ਨਾ ਟਿਕਾਣੇ 'ਤੇ ਆ ਜਾਣਾ ਘਰ। ਜਦ ਆਉਣਾ ਕਹਿੰਦੇ ਇੱਥੇ ਫਿਰ ਅਸ ਕੇ ਥੋੜ੍ਹਾ ਚਿਰ ਆਰਾਮ ਕਰਨਾ। ਪਰ 2:30-3 ਵਜੇ ਹੈ ਨਾ ਫਿਰ ਕਹਿੰਦੇ ਸਾਡੇ ਅੱਖ ਖੁੱਲ੍ਹ ਜਾਣੀ, ਸਰੀਰ ਫਿਰ ਪੂਰਾ ਤਿਆਰ ਹੋ ਜਾਣਾ। ਫਿਰ ਕਹਿੰਦੇ ਅਸੀਂ ਦੁਬਾਰਾ ਫਿਰ ਉੱਥੇ ਸੂਏ 'ਤੇ ਚਲੇ ਜਾਣਾ। ਜਾ ਕੇ ਫਿਰ ਇਸ਼ਨਾਨ ਕਰਕੇ ਫਿਰ ਕਹਿੰਦੇ ਅਸੀਂ ਭਜਨ ਸਿਮਰਨ ਨਿਤਨੇਮ ਜਿਹੜਾ ਸੀ ਇਹ ਕਰਦੇ ਰਹੇ ਹਾਂ। ਬਸ ਕਹਿੰਦੇ ਇਸ ਤਰ੍ਹਾਂ ਕਰਦੇ ਹੈ ਨਾ ਕਹਿੰਦੇ ਇੱਕ ਵਾਰ ਕੀ ਹੋਇਆ, ਅਸੀਂ ਉੱਥੇ ਭਜਨ ਸਿਮਰਨ ਕਰਦੇ ਸੀਗੇ ਅਤੇ ਚਾਂਦੀ ਚਾਨਣੀ ਸੀ ਰਾਤ ਦੀ। ਕੁਦਰਤੀ ਕਹਿੰਦੇ ਹੈ ਨਾ ਇਹ ਇੱਕ ਜਗ੍ਹਾ ਆਪਣੇ ਸੁੱਕੇ ਪੱਤੇ ਹੁੰਦੇ ਸੀ, ਕਹਿੰਦੇ ਉਹਨਾਂ ਸੁੱਕਾ ਪੱਤਿਆਂ ਦਾ ਖੜਕਾ ਜਿਹਾ ਬੜਾ ਹੋਇਆ। ਕਿਤੇ ਅਚਨਚੇਤ ਸਾਡੀ ਜਿਹਨਾਂ ਅੱਖ ਸੀਗੀ ਉਹ ਭਜਨ ਸਿਮਰਨ ਤੋਂ ਬਾਹਰ ਖੁੱਲ੍ਹੀ। ਅਸੀਂ ਕੀ ਦੇਖਿਆ, ਇੱਕ ਨਾ ਫਨੀਅਰ ਸੱਪ ਜਿਹੜਾ ਭੂਰੇ ਅਤੇ ਲਾਲ ਰੰਗ ਦਾ ਸੀਗਾ, ਕਹਿੰਦੇ ਉਹ ਸਾਡੇ ਵੱਲ ਜਿਹੜਾ ਸੀ ਉਹ ਵੱਧ ਰਿਹਾ ਸੀਗਾ। ਕਹਿੰਦੇ ਦੇਖਦੇ ਅਸੀਂ ਦੇਖਿਆ ਕਿ ਉਹ ਤਕਰੀਬਨ 2-2.5 ਫੁੱਟ ਲੰਬਾ ਹੋਣਾ, ਅਤੇ ਕਹਿੰਦੇ ਉਹ ਆਪਣੀ ਸਿਰੀ ਉੱਪਰ ਕਰਕੇ ਹੈ ਨਾ ਕਹਿੰਦੇ ਸਾਡੇ ਵੱਲੋਂ ਆ ਰਿਹਾ ਸੀ ਅਤੇ ਨਾਲੇ ਛੜੱਪੇ ਵੀ ਮਾਰ ਰਿਹਾ ਸੀਗਾ। ਸਾਡੇ ਦੇਖਦਿਆਂ ਕਹਿੰਦੇ ਉਹਨੇ 4-5 ਛੜੱਪੇ ਜਿਹੜੀ ਸਾਡੇ ਵੱਲ ਮਾਰੇ ਅਤੇ ਬਿਲਕੁਲ ਸਾਡੇ ਕਰੀਬ ਆ ਗਿਆ। ਮਹਾਂਪੁਰਖ ਕਹਿਣ ਲੱਗੇ ਜਦ ਕਹਿੰਦੇ ਉਹ ਸੱਪ ਨਾਗ ਸਾਡੇ ਕਰੀਬ ਆ ਗਿਆ ਅਤੇ ਉਸ ਤੋਂ ਬਾਅਦ ਜਦੋਂ ਸਾਡੇ ਵੱਲੋਂ ਛੜੱਪਾ ਮਾਰਨ ਲੱਗਾ ਹੈ ਨਾ ਅਤੇ ਕਹਿੰਦੇ ਮੇਰੇ ਮਨ 'ਚ ਵਿਚਾਰ ਆਇਆ ਵੀ ਇਹ ਹੁਣ ਅਗਰ ਛੜੱਪਾ ਮਾਰੂਗਾ ਤਾਂ ਸਿੱਧਾ ਸਾਡੇ 'ਤੇ ਆਊਗਾ। ਪਰ ਕਹਿੰਦੇ ਕੁਦਰਤੀ ਉਸ ਟਾਈਮ ਮਨ ਵਿੱਚ ਘਬਰਾਹਟ ਦੀ ਜਗ੍ਹਾ ਇੱਕ ਵਿਚਾਰ ਫੁਰੀ। ਉਹ ਇਹ ਸੀ ਕਿ ਜਿਹੜੀ ਵਾਹਿਗੁਰੂ ਦੀ ਜੋਤ ਆ ਉਹ ਘੱਟ ਵਿੱਚ ਵਾ, ਜਰੇ ਵਿੱਚ ਵਾ, ਅਤੇ ਇਸ ਨਾਗ ਦੇ ਵਿੱਚ ਵੀ ਪਰਮੇਸ਼ਰ ਦੀ ਜੋਤ ਹੈਗੀ ਆ। ਅਤੇ ਜਦ ਕਹਿੰਦੇ ਪਰਮੇਸ਼ਰ ਦੀ ਇਹਦੇ ਵਿੱਚ ਵੀ ਜੋਤ ਹੈਗੀ ਅਤੇ ਹੋ ਸਕਦਾ ਜਿਹੜੇ ਵਾਹਿਗੁਰੂ ਮੇਰਾ ਇਮਤਿਹਾਨ ਆਪਣੇ ਲੈ ਰਿਹਾ ਹੋਵੇ, ਅਤੇ ਮਨ ਵਿੱਚ ਵਾਹਿਗੁਰੂ ਜੀ ਨੇ ਇਹ ਇਮਤਿਹਾਨ ਇਸ ਕਰਕੇ ਲਿਆ ਵੀ ਅੱਜ ਦੇਖਣਾ ਹੈਗਾ
ਕਿ ਹਰਨਾਮ ਸਿੰਘ ਨੂੰ ਆਪਣੇ ਸਰੀਰ ਦੇ ਨਾਲ ਕਿੰਨਾ ਕੁ ਮੋਹ ਆ। ਕਹਿੰਦੇ ਬਸ ਜੋ ਇਹ ਵਿਚਾਰ ਜਿਹੜਾ ਸੀਗਾ ਸਾਡੇ ਅੰਦਰ ਦ੍ਰਿੜਤਾ ਦੀ ਸ਼ਕਲ ਦੇ ਵਿੱਚ ਗੁਜ਼ਰਿਆ, ਬਸ ਫਿਰ ਕੀ ਸੀ, ਕਹਿੰਦੇ ਅਸੀਂ ਨਾ ਬਿਲਕੁਲ ਨਿਰਭਉ ਹੋ ਗਏ, ਨਿਡਰ ਹੋ ਗਏ। ਐਸਾ ਹਨ ਮਨ ਦੇ ਵਿੱਚ ਸ਼ਕਤੀ ਜਿਹੜੀ ਸੀ ਉਹ ਭਰ ਗਈ। ਪਰ ਉਸੇ ਟਾਈਮ ਕਹਿੰਦੇ ਇਸ ਵਿਚਾਰ ਤੋਂ ਬਾਅਦ ਨਾਲ ਹੀ ਸੱਪ ਨੇ ਛਾਲ ਮਾਰੀ, ਪਰ ਕਹਿੰਦੇ ਉਹਦੀ ਛਾਲ ਹੈ ਨਾ ਸਾਡੇ ਤੱਕ ਨਹੀਂ ਆਈ, ਅਤੇ ਜਿੱਥੇ ਅਸੀਂ ਜੋੜਾ ਲਾਇਆ ਸੀਗਾ ਸੱਪ ਉਸ ਜੋੜੇ ਦੇ ਉੱਤੇ ਡਿੱਗ ਪਿਆ। ਜਦ ਕਹਿੰਦੇ ਉਸ ਜੋੜੇ 'ਤੇ ਡਿੱਗਿਆ, ਉਸ ਤੋਂ ਬਾਅਦ ਕਹਿੰਦੇ ਸੱਪ ਨੇ ਉੱਠਿਆ, ਆਪਣਾ ਜਿਹੜਾ ਸਿਰ ਸੀ ਉਹਨੇ ਕਹਿੰਦੇ ਉੱਪਰ ਨਹੀਂ ਕੀਤਾ। ਉਸ ਤੋਂ ਬਾਅਦ ਕਹਿੰਦੇ ਅਸੀਂ ਦੇਖਿਆ ਕਿ ਉਹ ਜਿਹੜਾ ਨਾ ਸੱਪ ਸੀਗਾ ਉਹ ਸਾਡੇ ਆਲੇ ਦੁਆਲੇ ਜਿਹੜੇ ਸੀਗਾ ਨਾ ਰੀਂਗਦਾ ਹੋਇਆ, ਜਿਵੇਂ ਕਹਿ ਲਓ ਕਿ ਇੱਕ ਪਰਿਕਰਮਾ ਕਰਕੇ, ਅਤੇ ਜਿੱਧਰੋਂ ਦੀ ਆਇਆ ਸੀ ਉੱਧਰ ਹੀ ਫਿਰ ਬਸ ਫਿਰ ਛਾਲਾ ਮਾਰ ਕੇ ਉੱਧਰ ਚਲੇ ਗਿਆ। ਜਦ ਕਹਿੰਦੇ ਅਸੀਂ ਇਹ ਘਟਨਾ ਦੇਖੀ ਹੈ ਤਾਂ ਮਨ ਹੀ ਮਨ ਵਿੱਚ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ੁਕਰੀਆ ਕੀਤਾ ਕਿ ਦੇਖੋ ਕਿਵੇਂ ਆਪਣੇ ਹੈ ਨਾ ਜੋ ਰੱਬ ਦੇ ਪਿਆਰੇ ਆ, ਜਿਵੇਂ ਕਹਿ ਲਓ ਕਿ ਵਾਹਿਗੁਰੂ ਜਿਹੜਾ ਹੈ ਨਾ ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਉਹਨਾਂ ਦੀ ਪਰਮੇਸ਼ਰ ਰੱਖਿਆ ਕਰ ਰਿਹਾ ਹੈਗਾ। ਫਿਰ ਕਹਿੰਦੇ ਮਨ ਦੇ ਵਿੱਚ ਪ੍ਰਸੰਨਤਾ ਹੋਈ ਆ। ਉਸ ਤੋਂ ਬਾਅਦ ਕਹਿੰਦੇ ਵੀ ਥੋੜ੍ਹਾ ਚਿਰ ਹੀ ਹਜੇ ਹੋਇਆ ਸੀਗਾ, ਅਸੀਂ ਇਸੇ ਹੀ ਭਜਨ ਸਿਮਰਨ ਦੇ ਵਿੱਚ ਬੈਠੇ ਸੀਗੇ ਕਿ ਜਿਹੜੀ ਸਿਮਰਨ ਦੀ ਰੌ ਸੀ ਅੰਦਰ ਚੱਲ ਰਹੀ ਸੀ ਮੱਧਮ, ਉਹ ਯਕਦਮ ਆਵਾਜ਼ ਜਿਹੜੀ ਹੈ ਨਾ ਵਾਹਿਗੁਰੂ 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 ਸਿਮਰਨ ਦੀ ਸੀ, ਕਹਿੰਦੇ ਯਕਦਮ ਅੰਦਰੋਂ ਤੇਜ਼ ਹੋ ਗਈ। ਅਤੇ ਐਸੀ ਤੇਜ਼ ਹੋਈ ਕਹਿੰਦੇ ਨਾਲ ਹੀ ਜਿਹੜਾ ਸੀਗਾ ਉਹ ਆਵਾਜ਼ ਤੇਜ਼ ਹੋਣ ਦੇ ਨਾਲ ਬਹੁਤ ਭਰਾ ਪ੍ਰਕਾਸ਼ ਜਿਹੜਾ ਸੀਗਾ ਉਹ ਵੀ ਹੋ ਗਿਆ। ਜਦ ਪ੍ਰਕਾਸ਼ ਹੋਇਆ ਸੀ ਕੀ ਦੇਖਿਆ ਕਿ ਉਹ ਪ੍ਰਕਾਸ਼ ਸਾਡੇ ਅੰਦਰ ਵੀ ਆ ਅਤੇ ਸਾਡੇ ਬਾਹਰ ਵੀ ਆ। ਬਸ ਕਹਿੰਦੇ ਜਿਉਂ ਪ੍ਰਕਾਸ਼ ਵਧੀ ਜਾਂਦਾ ਤਿਉਂ ਕਹਿੰਦੇ ਸਿਮਰਨ ਦੀ ਆਵਾਜ਼ ਵੀ ਜਿਹੜੀ ਹੈਗੀ ਆ ਉਹ ਆਪਣਾ ਉੱਚੀ ਹੋਈ ਜਾਂਦੀ ਆ, ਉਹਦੀਆਂ ਰਸ ਆਨੰਦ ਦੀਆਂ ਲਹਿਰਾਂ ਵੀ ਜਿਹੜੀਆਂ ਹਨ ਅੰਦਰੋਂ ਖੁਸ਼ੀ ਦੀਆਂ ਬਹੁਤ ਜ਼ਿਆਦਾ ਹੋ ਗਈਆਂ। ਬਸ ਇਉਂ ਕਹਿ ਲਓ ਕਿ ਜਿਵੇਂ ਕੋਈ ਲਫ਼ਜ਼ ਨਹੀਂ ਹੁੰਦਾ, ਜਿਵੇਂ ਕਹਿ ਲਓ ਕਿ ਜਿਵੇਂ ਕੋਈ ਗੂੰਗਾ ਗੁੜ ਖਾ ਕੇ ਹੈ ਨਾ ਉਹਦਾ ਸਵਾਦ ਨਹੀਂ ਦੱਸ ਸਕਦਾ। ਮਹਾਂਪੁਰਖ ਕਹਿੰਦੇ ਐਸੀ ਦਸ਼ਾ ਸਾਡੀ ਉਸ ਟਾਈਮ ਹੋ ਗਈ ਸੀਗੀ ਕਿ ਇੱਕ ਤਾਂ ਹੈ ਨਾ ਘਰ-ਬਾਰ ਜਿਹੜਾ ਪ੍ਰਕਾਸ਼ ਸੀਗਾ ਉਸ ਚਾਂਦੀ ਚਾਨਣੀ ਵਿੱਚ ਇੰਨਾ ਠਾਠਾ ਮਾਰਿਆ ਸੀਗਾ ਕਿ ਇਸ ਪ੍ਰਕਾਸ਼ ਵਿੱਚ ਰਸ ਆਨੰਦ ਠੰਡਕ ਸੀਤਲਤਾ ਕਹਿੰਦੇ ਇੰਨੀ ਸੀਗੀ ਕਿ ਅਸੀਂ ਉਹਦੇ ਵਿੱਚ ਹੈ ਨਾ ਮਗਨ ਹੋ ਗਏ। ਜਦ ਮਗਨ ਹੋ ਗਏ ਉਸ ਤੋਂ ਬਾਅਦ ਫਿਰ ਮਹਾਂਪੁਰਖ ਕਹਿੰਦੇ ਸੀਗੇ ਕਿ ਇਸ ਮਗਨਤਾ ਦੇ ਬਾਅਦ ਕਹਿੰਦੇ ਅਸੀਂ ਪ੍ਰਤੀਤ ਕੀਤਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੀਗਾ ਇਸੇ ਪ੍ਰਕਾਸ਼ ਦੇ ਅੰਦਰ ਪ੍ਰਤੱਖ ਪ੍ਰਗਟ ਹੋ ਕੇ ਉਹਨਾਂ ਨੇ ਸਾਨੂੰ ਦਰਸ਼ਨ ਦਿੱਤੇ, ਅਤੇ ਦਰਸ਼ਨ ਦੇ ਕੇ ਆਪਣਾ ਜਿਹੜਾ ਮੁਬਾਰਕ ਹੱਥ ਸੀ ਕਹਿੰਦੇ ਸਾਡੇ ਸੀਸ 'ਤੇ ਰੱਖ ਦਿੱਤਾ। ਜਦ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਮੁਬਾਰਕ ਹੱਥ ਆਪਣੇ ਕਹਿੰਦੇ ਸਾਡੇ ਸੀਸ 'ਤੇ ਰੱਖਿਆ, ਬਸ ਫਿਰ ਕੀ ਸੀ, ਫਿਰ ਤਾਂ ਕਹਿੰਦੇ ਕੋਈ ਜਿਹੜੀ ਕੁਛ ਰਹਿ ਹੀ ਨਹੀਂ ਸੀ ਗਿਆ। ਜਿਵੇਂ ਉਹ ਕਹਿ ਲਓ ਕਿ ਜਿਵੇਂ ਪੂਰੀ ਕਾਇਨਾਤ ਪੂਰੇ ਖੰਡ ਬ੍ਰਹਿਮੰਡ ਜਿਹਦਾ ਜਿਹੜੀਆਂ ਅਸੀਸਾਂ ਸੀਗੀਆਂ ਜਾਂ ਪੂਰੀ ਕਾਇਨਾਤ ਪਰਮੇਸ਼ਰ ਦੀ ਉਹ ਅਸੀਸਾਂ ਦੇ ਰੂਪ ਦੇ ਵਿੱਚ ਕਹਿੰਦੇ ਸਾਡੇ ਨਾਲ ਜੁੜ ਗਈ। ਬਸ ਕਹਿੰਦੇ ਇਸੇ ਮਗਨ ਸੀਤਲਤਾ ਦੇ ਵਿੱਚ ਕਹਿੰਦੇ ਅਸੀਂ ਉਹ ਜਿਹੜੀ ਰਾਤ ਸੀ ਕਹਿੰਦੇ ਇਸੇ ਤਰ੍ਹਾਂ ਜਿਹੜੀ ਸੀਗੀ ਉਹ ਨਿਗਾਰਤੀ, ਜਾਂ ਮਨ 'ਚ ਇਹ ਸੀਗਾ ਕਿ ਇਹ ਜਿਹੜਾ ਨਾ ਸਮਾਂ ਰੁਕ ਜਾਵੇ, ਇਹ ਸਮਾਂ ਜਿਹੜਾ ਹੈ ਨਾ ਇਹ ਜੋ ਅੱਜ ਇੰਨੇ ਸਾਲਾਂ ਬਾਅਦ ਮੈਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਮਿਲਿਆ ਹੈਗਾ ਇਹ ਰੁਕ ਜਾਵੇ। ਅਤੇ ਬਸ ਪਰ ਕਹਿੰਦੇ ਵੀ ਇਹ ਤਾਂ ਹੁਣ ਵਾਹਿਗੁਰੂ ਜਿਹੜੇ ਉਸ ਟਾਈਮ ਇਹਨਾਂ ਸਮਿਆਂ ਦੇ ਵਿੱਚ ਜਿਹੜੇ ਆ ਕੇ ਆਪਣੇ ਜਗਿਆਸੂਆਂ ਨੂੰ ਆਪਣੇ ਪ੍ਰੇਮੀਆਂ ਨੂੰ ਆਪਣੀ ਨੇੜਤਾ ਪ੍ਰਤੀਤ ਕਰਾਉਂਦੇ ਆ। ਬਸ ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਆਪਣਾ ਪਿਆਰ ਸੀਗਾ ਦਿਲੀ ਪਿਆਰ ਕਹਿੰਦੇ ਉਹ ਸਾਡੇ ਨਾਲ ਪ੍ਰਗਟ ਕੀਤਾ। ਇਸ ਤਰ੍ਹਾਂ ਕਰਦੇ ਕਹਿੰਦੇ ਫਿਰ ਇਹ ਜਿਹੜਾ ਰਸ ਸੀਗਾ ਜਿਹੜਾ ਸਮਾਂ ਸੀਗਾ ਹੈ ਨਾ ਉਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਕੀ ਪ੍ਰਤੀਤ ਕੀਤਾ ਕਿ ਉਸੇ ਪ੍ਰਕਾਸ਼ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀ ਉਹ ਅਦ੍ਰਿਸ਼ ਹੋ ਗਏ। ਜਦ ਕਹਿੰਦੇ ਅਦ੍ਰਿਸ਼ ਹੋ ਗਏ ਪਰ ਕਹਿੰਦੇ ਜਿਹੜਾ ਉਹ ਪ੍ਰਕਾਸ਼ ਸੀਗਾ ਉਹ ਪ੍ਰਕਾਸ਼ ਜਿਹੜਾ ਸਾਡੇ ਜਿਹੜਾ ਇਉਂ ਲੱਗਦਾ ਸੀਗਾ ਜਿਵੇਂ ਬਹੁਤ ਸੂਰਜਾਂ ਦਾ ਇਕੱਠਾ ਹੀ ਪ੍ਰਕਾਸ਼ ਜਿਹੜਾ ਹੈ ਨਾ ਉਹ ਸਾਡੇ ਚਾਰੇ ਪਾਸੇ ਜਿਹੜਾ ਹੈਗਾ ਉਹ ਫੈਲ ਰਿਹਾ ਹੈਗਾ। ਕਹਿੰਦੇ ਅਸੀਂ ਉਹ ਪ੍ਰਕਾਸ਼ ਉਹ ਠੰਡਕ ਉਹ ਰਸ ਨੂੰ ਤਾਂ ਪਰ ਜਿਉਂਦੇ ਤਿਉਂ ਮਾਣ ਰਹੇ ਸੀ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਪਹਿਲਾਂ ਪ੍ਰਗਟ ਹੋ ਗਏ ਜਿਨ੍ਹਾਂ ਨੇ ਸਾਡੇ ਸੀਸ 'ਤੇ ਆਪਣਾ ਪ੍ਰੇਮ ਭਰਿਆ ਜਿਹੜਾ ਸੀ ਉਹ ਆਪਣਾ ਹੱਥ ਰੱਖਿਆ ਸੀਗਾ। ਬਸ ਕਹਿੰਦੇ ਉਸ ਟਾਈਮ ਭਾਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਲੋਪ ਹੋ ਗਏ ਸੀ ਪਰ ਉਹਨਾਂ ਦਾ ਜਿਹੜਾ ਅਨੁਭਵ ਸੀਗਾ ਹੈ ਨਾ ਇਸ ਤਰ੍ਹਾਂ ਕਹਿੰਦੇ ਸਾਡੇ ਅੰਦਰ ਬਣਿਆ ਰਿਹਾ। ਇਸੇ ਤਰ੍ਹਾਂ ਕਹਿੰਦੇ ਅਸੀਂ ਉਹ ਜਿਹੜੀ ਸਾਰੀ ਰਾਤ ਸੀਗੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਨੰਦ ਰੂਪੀ ਚਰਨਾਂ ਦੇ ਵਿੱਚ ਬਤੀਤ ਕੀਤੀ, ਉੱਠਣ ਨੂੰ ਕਹਿੰਦੇ ਦਿਲ ਨਹੀਂ ਸੀ ਕਰਦਾ। ਇਸ ਤਰ੍ਹਾਂ ਕਹਿੰਦੇ ਕਰਦੇ ਹੈ ਨਾ ਦਿਨ ਚੜ੍ਹ ਗਿਆ। ਜਦ ਕਹਿੰਦੇ ਦਿਨ ਚੜ੍ਹਿਆ ਦਿਨ ਚੜ੍ਹਦਿਆਂ ਵੀ ਕਹਿੰਦੇ ਰਸ ਦੀ ਪ੍ਰਤੀਤੀ ਇਸੇ ਤਰ੍ਹਾਂ ਰਹੀ, ਇਸੇ ਤਰ੍ਹਾਂ ਪ੍ਰਕਾਸ਼ ਰਿਹਾ ਹੈਗਾ। ਪਰ ਕਰਦੇ ਸੂਰਜ ਦੀ ਜਿਹੜੀ ਧੁੱਪ ਸੀਗੀ ਕਹਿੰਦੇ ਜਿਹੜੀ ਸਰੀਰ 'ਤੇ ਪਈ ਅਤੇ ਤਕਰੀਬਨ ਕਹਿੰਦੇ 11 ਕੁ ਵਜੇ ਦਾ ਟਾਈਮ ਹੋ ਗਿਆ। ਜਦ 11 ਵਜੇ ਦਾ ਟਾਈਮ ਹੋਇਆ ਥੋੜ੍ਹੀ ਜਿਹੀ ਕਹਿੰਦੇ ਜਦ ਸਰੀਰ ਦੀ ਹੋਰ ਜਿਹੜੀ ਹੋਸ਼ ਸੀਗੀ ਸਾਡੀ ਸੁਰਤ ਦੇ ਨਾਲ ਜੁੜੀ ਆ, ਫਿਰ ਕਹਿੰਦੇ ਮਨ ਵਿੱਚ ਖਿਆਲ ਆਇਆ ਕਿ ਹੁਣ ਤੂੰ ਘਰ ਚਲਿਆ ਜਾ
ਤੇ ਥੋੜ੍ਹਾ ਬਹੁਤਾ ਕਹਿੰਦੇ ਵੀ ਸਾਨੂੰ ਇਸ ਤਰ੍ਹਾਂ ਵੀ ਲੱਗਾ ਵੀ ਸਰੀਰ ਜਿਹੜਾ ਹੈ ਨਾ ਇਹ ਹੁਣ ਥੋੜ੍ਹਾ ਬਹੁਤਾ ਆਰਾਮ ਮੰਗਦਾ ਹੈਗਾ, ਜਾਂ ਥੋੜ੍ਹਾ ਬਹੁਤਾ ਜਿਹੜਾ ਉਹ ਭੋਜਨ ਅੰਨ ਪਾਣੀ ਜਿਹੜਾ ਉਹ ਮੰਗ ਰਿਹਾ ਹੈਗਾ। ਮਹਾਂਪੁਰਖ ਕਹਿੰਦੇ ਵੀ ਅਸੀਂ ਹੈ ਨਾ 11 ਵਜੇ ਉੱਠ ਕੇ ਫਿਰ ਆਪਣੇ ਘਰ ਆ ਗਏ। ਘਰ ਆ ਕੇ ਥੋੜ੍ਹਾ ਬਹੁਤਾ ਨਾਸ਼ਤਾ ਕੀਤਾ। ਨਾਸ਼ਤਾ ਕਰਨ ਤੋਂ ਬਾਅਦ ਕਹਿੰਦੇ ਫਿਰ ਮੁੜ ਕੇ ਹੈ ਨਾ ਅਸੀਂ ਜਿਹੜੇ ਸੀਗੇ ਫਿਰ ਦੁਬਾਰਾ ਜਿਹੜੇ ਸੀਗੇ ਉਸ ਅਸਥਾਨ 'ਤੇ ਚਲੇ ਗਏ। ਜਦ ਰਾਤ ਕਹਿੰਦੇ ਅਸੀਂ ਉਸ ਸਥਾਨ 'ਤੇ ਗਏ ਹਾਂ, ਬਸ ਉਸ ਤੋਂ ਬਾਅਦ ਕਹਿੰਦੇ ਫਿਰ ਸਾਨੂੰ ਜਾਣੀ ਸੀਗਾ ਇਸ ਤਰ੍ਹਾਂ ਹੋਇਆ ਹੈਗਾ ਕਿ ਆਨੰਦ ਤਾਂ ਹੋਈ ਸੀ, ਪ੍ਰਕਾਸ਼ ਵੀ ਹੋਈ, ਸਭ ਕੁਝ ਹੋਈ ਸੀਗਾ, ਪਰ ਉਹ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪ੍ਰਤੀਤੀ ਸੀ, ਪ੍ਰਤੱਖ ਦਰਸ਼ਨ ਸੀਗੇ ਹੈ ਨਾ, ਕਹਿੰਦੇ ਬਸ ਉਹਦੀ ਯਾਦ ਰਹਿ ਗਈ ਸੀ। ਉਹਨਾਂ ਦਾ ਜਿਹੜਾ ਅਨੁਭਵ ਸੀਗਾ ਉਹ ਹਾਜ਼ਰ ਨਾਜ਼ਰ ਸੀਗਾ, ਪਰ ਉਹ ਪਹਿਲੀ ਵਾਲੀ ਜਿਹੜੀ ਗੱਲ ਸੀਗੀ ਹੈ ਨਾ, ਜਿਹੜੀ ਉਹ ਦਿਨ ਹੋਈ ਸੀ, ਉਹ ਨਹੀਂ ਸੀ ਕਹਿੰਦੇ ਜਿਹੜੀ ਉਸ ਦਿਨ ਸਾਡੇ ਨਾਲ ਬਣੀ। ਥੋੜ੍ਹੀ ਕਹਿੰਦੇ ਘੱਟ ਸੀਗੀ, ਬਾਕੀ ਸਾਰਾ ਕੁਛ ਇਸ ਤਰ੍ਹਾਂ ਸੀਗਾ। ਮਹਾਂਪੁਰਖ ਕਹਿੰਦੇ ਬਸ ਫਿਰ ਕੀ ਸੀ, ਉਸ ਤੋਂ ਬਾਅਦ ਅਸੀਂ ਕਹਿੰਦੇ ਜਿੱਥੇ ਵੀ ਜਾਂਦੇ ਹੁੰਦੇ ਸੀਗੇ ਹੈ ਨਾ, ਬਸ ਇਹ ਪ੍ਰਕਾਸ਼ ਜਿਹੜਾ ਸੀਗਾ ਸਾਡੇ ਕਹਿੰਦੇ ਅੰਦਰ ਤਾਂ ਸੀਗਾ ਸਾਡੇ ਬਾਹਰ ਵੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਸੀਗਾ ਉਹ ਬਣਿਆ ਸੀਗਾ, ਕਿਉਂਕਿ ਇਹ ਜਿਹੜੀ ਸਾਰੀ ਘਟਨਾ ਮਹਾਂਪੁਰਖਾਂ ਨੇ ਇਸ ਪ੍ਰਕਾਸ਼ ਦੀ ਦੱਸੀ ਆ। ਇਹ ਮਹਾਂਪੁਰਖਾਂ ਦੀ ਰਿਕਾਰਡਿੰਗ ਵੀ ਉਹਨਾਂ ਨੇ ਆਪ ਵੀ ਜਿਹੜੇ ਸੀਗੇ ਇਹ ਗੱਲਾਂ ਜਿਹੜੀਆਂ ਸੀਗੀਆਂ ਆਪਣੀ ਰਿਕਾਰਡਿੰਗ ਦੇ ਵਿੱਚ ਸਾਂਝੀਆਂ ਕਰਕੇ ਛੱਡ ਕੇ ਗਏ ਆ। ਸੋ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਵੀ ਇਹ ਜਿਹੜਾ ਹੈ ਨਾ ਪ੍ਰਕਾਸ਼ ਸੀਗਾ, ਫਿਰ ਮੇਰੇ ਮਨ ਦੇ ਵਿੱਚ ਵਿਚਾਰ ਆਈ ਆ ਕਿ ਇਹ ਜਿਹੜਾ ਦਿਨ ਵਰਗਾ ਪ੍ਰਕਾਸ਼ ਹੈ, ਰਾਤ ਨੂੰ ਵੀ ਉਸੇ ਤਰ੍ਹਾਂ ਚਾਨਣ ਰਹਿੰਦਾ ਹੈਗਾ, ਸਾਰਾ ਕੁਛ ਜਿਹੜਾ ਹੈਗਾ ਉਹ ਮੈਨੂੰ ਦਿਖਾਈ ਦਿੰਦਾ ਹੈਗਾ। ਕਿਤੇ ਇਸ ਪ੍ਰਕਾਸ਼ ਨੂੰ ਦੇਖ ਕੇ ਸੰਗਤ ਕਿਤੇ ਮੇਰੀ ਮਾਨਤਾ ਨਾ ਕਰਨ ਲੱਗ ਪਵੇ। ਮਹਾਂਪੁਰਖ ਕਹਿੰਦੇ ਇੱਕ ਸਾਡੇ ਦਾ ਨਾ ਵਿਚਾਰ ਆ ਗਿਆ ਫੁੱਲ ਦੀ ਸ਼ਕਲ ਦੇ ਵਿੱਚ, ਅਤੇ ਮਨ 'ਚ ਇਹ ਵੀ ਵਿਚਾਰ ਆ ਗਿਆ ਜੇ ਸੰਗਤ ਨੇ ਮਾਨਤਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਅਸੀਂ ਤਾਂ ਵਾਹਿਗੁਰੂ ਨੂੰ ਮਿਲਣਾ ਸੀਗਾ। ਕਿਤੇ ਇਸ ਮਾਨਤਾ ਦੇ ਵਿੱਚ ਹੀ ਸਾਡਾ ਮਨ ਨਾ ਅਟਕ ਜਾਵੇ। ਕਿਉਂ? ਗੁਰਬਾਣੀ ਦਾ ਕਹਿੰਦੇ ਫਰਮਾਨ ਸਾਡੇ ਸਾਹਮਣੇ ਆ ਗਿਆ ਕਿ ਕਬੀਰ ਸਿੱਖ ਸ਼ਾਖਾ ਬਹੁਤੇ ਕੀਏ ਕੇਸੋ ਕੀ ਅਨਮੀਤ, ਚਾਲੇ ਥੇ ਹਰ ਮਿਲਣ ਕੋ ਵਿੱਚੇ ਅਟਕਿਓ ਚੀਤ, ਕਹਿੰਦੇ ਚਿੱਤ ਕਿਤੇ ਦੇ ਵਿੱਚ ਨਾ ਅਟਕ ਜਾਵੇ। ਇਸ ਕਰਕੇ ਮਹਾਂਪੁਰਖ ਕਹਿੰਦੇ ਹਨ ਦੇਖੋ ਅਸੀਂ ਹੈ ਨਾ ਅਕਾਲ ਪੁਰਖ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰੋ ਵੀ ਆਹ ਜਿਹੜਾ ਹੈ ਨਾ ਪ੍ਰਕਾਸ਼ ਹੈਗਾ ਇਹ ਸਾਡਾ ਬਾਹਰਲਾ ਬੰਦ ਕਰਾ ਦਿਓ ਅਤੇ ਸਾਡੇ ਅੰਦਰਲਾ ਚਾਨਣ ਜਿਹੜਾ ਹੈ ਸਾਨੂੰ ਬਖਸ਼ ਦਿਓ। ਬਸ ਕਹਿੰਦੇ ਸਾਡੀ ਅਰਦਾਸ ਜਿਹੜੀ ਸੀ ਉਸ ਟਾਈਮ ਵਾਹਿਗੁਰੂ ਜੀ ਨੇ ਸੁਣੀ ਆ। ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਹੈ ਨਾ ਬਾਹਰਲਾ ਪ੍ਰਕਾਸ਼ ਸੀਗਾ ਇਹ ਬੰਦ ਹੋ ਗਿਆ, ਅਤੇ ਫਿਰ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਅੰਦਰਲਾ ਪ੍ਰਕਾਸ਼ ਸੀਗਾ ਉਹ ਉਸੇ ਤਰ੍ਹਾਂ ਜਿਹੜਾ ਸੀਗਾ ਫਿਰ ਜਾਰੀ ਰਿਹਾ ਹੈਗਾ। ਇਹ ਮਹਾਂਪੁਰਖਾਂ ਦੀ ਜਾਣੀ ਕਹਿ ਲਓ ਕਿ ਵਾਹਿਗੁਰੂ ਵੱਲੋਂ ਨਾ ਇੱਕ ਬਖਸ਼ਿਸ਼ ਦਾ ਜਿਹੜਾ ਉਹ ਬਹੁਤ ਵੱਡਾ ਭੰਡਾਰਾ ਜਿਹੜਾ ਮਹਾਂਪੁਰਖਾਂ ਨੂੰ ਉਸ ਅਕਾਲ ਪੁਰਖ ਨੇ ਬਖਸ਼ਿਆ ਸੀਗਾ। ਦੇਖੋ ਮਹਾਂਪੁਰਖਾਂ ਨੇ ਉਸ ਬਖਸ਼ਿਸ਼ ਦੇ ਭੰਡਾਰੇ ਨੂੰ ਜਿਹੜਾ ਹੈਗਾ ਨਾ ਕਿਵੇਂ ਕਿਸੇ ਲੋਭ ਲਾਲਚ ਜਾਂ ਕਿਸੇ ਦੇ ਆਪਣੇ ਆਪ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ, ਆਪਣੇ ਆਪ ਨੂੰ ਲੁਕਾਉਣ ਵਾਸਤੇ ਇਹ ਜਿਹੜਾ ਸੀਗਾ ਇਹ ਸਾਰਾ ਕੁਛ ਕੀਤਾ, ਤਾਂ ਜੋ ਹੈ ਨਾ ਉਹ ਜਿਹੜਾ ਬਾਹਰਲਾ ਚਾਨਣ ਹੈ ਉਹ ਉਸ ਦੇ ਨਾਲ ਹੈ ਨਾ ਮੇਰੇ ਅੰਦਰ ਕਿਸੇ ਮੈਲ ਨਾ ਆ ਜਾਵੇ, ਕਿਤੇ ਹਉਮੈ ਦਾ ਕੋਈ ਅੰਸ਼ ਨਾ ਪੈਦਾ ਹੋ ਜਾਵੇ, ਕਿਤੇ ਮੇਰੀ ਪ੍ਰਗਟ ਨਾ ਹੋ ਜਾਵੇ। ਇਸੇ ਕਰਕੇ ਮਹਾਂਪੁਰਖ ਕਹਿੰਦੇ ਸੀਗੇ ਕਿ ਅਸੀਂ ਅਰਦਾਸ ਕਰਕੇ ਜਿਹੜਾ ਬਾਹਰਲਾ ਪ੍ਰਕਾਸ਼ ਸੀਗਾ ਇਸ ਨੂੰ ਬੰਦ ਕਰਾਇਆ, ਅਤੇ ਸਾਡੇ ਜਿਹੜਾ ਅੰਦਰਲਾ ਚਾਨਣ ਸੀਗਾ ਉਹ ਇਸ ਤਰ੍ਹਾਂ ਚੱਲਦਾ ਰਿਹਾ। ਸੋ ਇਹ ਮਹਾਂਪੁਰਖਾਂ ਦੇ ਹੈ ਨਾ ਜੀਵਨ ਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੈਗੀਆਂ ਜਿਹਨੂੰ ਹੈ ਨਾ ਸੋਚ ਕੇ ਆਮ ਜਿਹੜੀ ਕਹਿ ਲਓ ਵੀ ਕਿਸੇ ਦੀ ਅਕਲ ਹੈਗੀ ਆ ਉਹ ਦੰਗ ਰਹਿ ਜਾਂਦੀ ਆ। ਬਸ ਇਹ ਹੈ ਬਾਬਾ ਹਰਨਾਮ ਸਿੰਘ ਹੋਣਾ ਦੇ ਜੀਵਨ ਦੀ ਅਗਲੀ ਕੜੀ। ਸੋ ਉਹਨਾਂ ਦੀਆਂ ਆਉਣ ਵਾਲੀਆਂ ਜਿਹੜੀਆਂ ਅਨੇਕ ਘਟਨਾਵਾਂ ਹੈਗਾ ਦਾਸ ਸਮੇਂ 'ਤੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਰਹੇਗਾ। ਸੋ ਦਾਸ ਹੈ ਨਾ ਫਿਰ ਹਾਲ ਇੰਨੇ ਹੀ ਭਜਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।